जो लड़की बाहरों आई आ मैरिज तो थोड़े 20 दिन बाद सारे ये मतलब कि थोड़ा खराब करन लग गई। थोड़ा बहुता ਕਹਿ ਸੁਣੀ ਹੋਈ ਸੀਗੀ ਪਰ ਉਹਦੇ ਵਿੱਚ ਇਹ ਸੀਗਾ ਵੀ ਲੜਕੀ ਗਲਤ ਪਾਈ ਗਈ। ਉਹਨਾਂ ਰਿਸ਼ਤੇਦਾਰਾਂ ਨੇ ਉਹਦੇ ਲੜਕੀ ਦੇ ਮਾਤਾ ਪਿਤਾ ਨੇ ਇੱਕ ਲਵਪ੍ਰੀਤ ਦੇ ਰਿਸ਼ਤੇਦਾਰ ਲੜਕੀ ਨੂੰ ਕਸੂਰਵਾਰ ਕੱਢਿਆ ਪਰ ਲੜਕੀ ਮੰਨਣ ਨੂੰ ਤਿਆਰ ਨਹੀਂ ਸੀ। ਉਸ ਤੋਂ ਬਾਅਦ ਸਾਰੇ ਬਾਹਰ ਚਲੀ ਗਈ ਆ ਜਾ ਕੇ ਜੀ मतलब कि ਜਦੋਂ ਇਹ ਆਈ ਆ ਮੈਂ ਫੀਸ ਪਾਤੀ ਸੀਗੀ ਜਾ ਕੇ ਬਸ ਇਹਨੇ ਮੈਨੂੰ ਇੱਕ ਦਿਨ ਫੋਨ ਲਾਇਆ ਕਹਿੰਦੀ ਮੈਂ ਪਹੁੰਚ ਗਈ ਆ। ਉਸ ਤੋਂ ਬਾਅਦ ਸਾਰੇ ਨੇ ਕਦੇ ਮੈਨੂੰ ਫੋਨ ਲਾਇਆ ਨਹੀਂ। ਉਸ ਤੋਂ ਬਾਅਦ चली गई साढ़े नाल बहुत 8-9 महीने साढ़े नाल बहुत वधिया रही। असीं फीसां पाउंदे रहे साढ़े नाल गल भी बहुत वधिया करदी सी मुंडे नाल भी करदी सी मेरे नाल भी अपने डैडी नाल भी सारे नाल साढ़े नाल वधिया गल करदी सीगी। ਤੇ ਇਹਨਾਂ ਨੇ ਤਾਂ ਸਾਡੇ ਨਾਲ ਕੋਈ ਨਹੀਂ ਗੱਲ ਕੀਤੀ ਨਾ ਕੁੜੀ ਦੇ ਡੈਡੀ ਨੇ ਨਾ ਮੰਮੀ ਨੇ ਭਰਾ ਨੇ ਇਹਨਾਂ ਨੇ ਕੋਈ ਗੱਲ ਨਹੀਂ ਰੱਖੀ ਆ ਕਿ ਸਾਡਾ ਸਾਰਾ ਕੁਝ ਇਹੀ ਕਰੂ ਇਹਨੂੰ ਨੌਲੇਜ ਆ ਜੀ। ਲਗਭਗ 28 ਤੋਂ ਲੈ ਕੇ 30 ਲੱਖ ਰੁਪਏ ਜਿਹਦੀਆਂ ਬੈਂਕ ਸਟੇਟਮੈਂਟ ਆਈਆਂ ਨਾਲ। ਹਾਂਜੀ ਬਾਅਦ ਤੋਂ ਬਾਅਦ ਫੇਰ ਆਈ ਸੀਗੀ ਥੋੜੇ 1.5 ਸਾਲ ਬਾਅਦ ਫੇਰ ਆ ਕੇ ਮੈਰਿਜ ਕਰਵਾ ਕੇ ਫੇਰ ਗਈ ਸੀ। ਤੇ ਸਾਰੇ ਪੈਸੇ ਕਿਹਨੇ ਲਾਏ ਸੀ? ਸਾਰੇ ਪੈਸੇ ਸਾਡੇ ਵੱਲੋਂ ਲੱਗੇ ਆ ਜੀ। ਬਹੁਤ ਜ਼ਿਆਦਾ ਹੋਇਆ ਜੀ। ਇੰਨਾ ਯਕੀਨ ਕੀਤਾ ਜੀ ਇਹਨਾਂ ਤੇ ਵੀ ਬਹੁਤ ਯਕੀਨ ਕੀਤਾ ਜੀ ਇਹਨਾਂ ਤੇ। ਬਾਹਰਲੇ ਮੁਲਕਾਂ ਵਿੱਚ ਜਾਣ ਦਾ ਚਾਅ ਇੰਨਾ ਕੁ ਸਿਰ ਚੜ੍ਹ ਕੇ ਬੋਲਦਾ ਪਿਆ ਹੈ ਕਿ ਲੋਕ ਹੋਸ਼ ਭੁੱਲ ਜਾਂਦੇ ਨੇ। ਪਤਾ ਨਹੀਂ ਲੱਗਦਾ ਕਿ ਰਿਸ਼ਤਾ ਕਿੱਥੇ ਤੈਅ ਕੀਤਾ ਹੈ ਤੇ ਫਿਰ ਇਸ ਰਿਸ਼ਤੇ ਦਾ ਬਾਅਦ ਵਿੱਚ ਕੀ ਬਣੇਗਾ। ਤਾਂ ਫਿਰ ਅਕਸਰ ਇਹ ਹੁੰਦਾ ਆ ਕਿ ਠੱਗੀ ਵੱਜ ਜਾਂਦੀ ਆ। ਅਜਿਹਾ ਹੀ ਇੱਕ ਮਾਮਲਾ ਤੁਹਾਨੂੰ ਦਿਖਾਉਂਦੇ ਆ ਮੋਗੇ ਦੇ ਇੱਕ ਪਿੰਡ ਦਾ ਆ ਜਿੱਥੇ ਇੱਕ ਨੌਜਵਾਨ ਦਾ ਵਿਆਹ ਹੁੰਦਾ ਆ ਜਿਸ ਦੇ ਘਰ ਵਾਲਿਆਂ ਵੱਲੋਂ 30 ਲੱਖ ਰੁਪਈਆ ਲਾ ਕੇ ਕੁੜੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਔਰ ਫਿਰ ਕੀ ਹਾਲਾਤ ਬਣਦੇ ਨੇ ਇਸ ਉੱਤੇ ਹੀ ਗੱਲਬਾਤ ਹੋਵੇਗੀ। ਦਿਖਾਵਾਂਗੇ ਕਿ ਆਖਰ ਉਸ ਮੁੰਡੇ ਨਾਲ ਤੇ ਉਸ ਦੇ ਪਰਿਵਾਰ ਨਾਲ ਕੀ ਬੀਤਿਆ। ਉਹਨੇ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਕਮਲਜੀਤ ਸਿੱਧੂ। ਦੱਸ ਦਈਏ ਕਿ ਮਾਮਲਾ ਮੋਗੇ ਦੇ ਪਿੰਡ ਦਾ ਆ। ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਵਿਆਹ ਜਿਹੜਾ ਆ ਉਹ ਹੋਇਆ। ਚਾਵਾਂ ਮਲਾਰਾਂ ਦੇ ਨਾਲ ਜਿਹੜਾ ਆ ਵਿਆਹ ਕੀਤਾ ਗਿਆ। ਰਿਸ਼ਤੇਦਾਰਾਂ ਦਾ ਇਕੱਠ ਹੋਇਆ। ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿੰਨੇ ਚਾਵਾਂ ਦੇ ਨਾਲ ਸ਼ਗਨ ਕੀਤੇ ਗਏ ਨੇ। ਮੁੰਡੇ ਕੁੜੀ ਦੀ ਵਿਆਹ ਦੀ ਮੂਵੀ ਵੀ ਕਿੰਨੇ ਚਾਅ ਦੇ ਨਾਲ ਬਣਾਈ ਗਈ ਹੈ। ਪੰਜਾਬ ਦੇ ਵਿੱਚ ਹੋਣ ਵਾਲੇ ਆਮ ਵਿਆਹਾਂ ਵਾਂਗੂ ਹੀ ਇਹ ਵਿਆਹ ਪੂਰਾ ਗੱਜ ਵੱਜ ਕੇ ਘਰ ਵਾਲਿਆਂ ਵੱਲੋਂ ਕੀਤਾ ਗਿਆ ਸੀ ਪਰ ਨਹੀਂ ਸੀ ਪਤਾ ਕਿ ਇੱਕ ਦਿਨ ਇਸ ਵਿਆਹ ਦੀ ਵਜ੍ਹਾ ਕਰਕੇ ਕਿ ਲੜਕਾ ਜਿਸ ਦਾ ਵਿਆਹ ਹੋਇਆ ਸੀ ਉਹ ਤੇ ਉਸ ਦੀ ਮਾਂ ਮਾਨਸਿਕ ਰੋਗੀ ਬਣ ਚੁੱਕੇ ਨੇ। ਪਰ ਚਾਅ ਕਿਤੇ ਉਹਨਾਂ ਦੇ ਅੱਧ ਵਾਟੇ ਰਹਿ ਗਏ ਨੇ। ਚਾਅ ਤਾਂ ਇਹ ਸੀ ਕਿ ਜਾ ਕੇ ਵਿਦੇਸ਼ ਵਿੱਚ ਸੈਟਲ ਹੋ ਜਾਣਗੇ ਪਰ ਇਹ ਨਹੀਂ ਸੀ ਪਤਾ ਕਿ ਜਿਸ ਲੜਕੀ ਨੂੰ ਉਹਨਾਂ ਨੇ ਆਪਣੇ ਪੁੱਤ ਦੀ ਜੀਵਨ ਸਾਥਣ ਬਣਾਇਆ ਉਹ ਇਸ ਤਰੀਕੇ ਰਾਹ ਦੇ ਵਿੱਚ ਧੋਖਾ ਦੇ ਜਾਵੇਗੀ, ਅੱਧ ਵਾਟੇ ਛੱਡ ਜਾਵੇਗੀ। ਇਹ ਮਾਮਲਾ ਮੋਗੇ ਦੇ ਪਿੰਡ ਕਿਲੀ ਚਾਲਾਂ ਦਾ ਆ ਜਿੱਥੋਂ ਦੇ ਬਲਜਿੰਦਰ ਸਿੰਘ ਦੀ ਜੋ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਨੇ। ਜਦੋਂ ਆਪਣੇ ਪਰਿਵਾਰ ਦੇ ਨਾਲ ਥਾਣਾ ਮਹਿਤਾ ਦੇ ਸਰਕਾਰੀ ਕੁਆਟਰ ਵਿੱਚ ਰਹਿੰਦੇ ਨੇ ਆਪਣੇ ਬੇਟੇ ਭੁਪਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦੀ ਆਪਣੀ ਹੀ ਦੂਰ ਦੀ ਰਿਸ਼ਤੇਦਾਰ ਕੁੜੀ ਦੇ ਨਾਲ ਜੋ ਕਿ ਆਈਲੈਟਸ ਪਾਸ ਸੀ ਉਸ ਦੇ ਨਾਲ ਰਿਸ਼ਤਾ ਤੈਅ ਕੀਤਾ ਗਿਆ। ਲੜਕੀ ਨੂੰ ਵਿਦੇਸ਼ ਭੇਜਣ ਲਈ ਪੈਸਾ ਵੀ ਖਰਚ ਕਰ ਦੇਣ ਦੀ ਗੱਲ ਹੋਈ ਸੀ। ਉਹ ਇਸ ਕਰਕੇ ਹੋਈ ਸੀ ਕਿ ਚਲੋ ਮੇਰਾ ਪੁੱਤ ਤੇ ਸ਼ਾਇਦ ਨੌ ਦੋਵੇਂ ਜਣੇ ਬਾਹਰ ਜਾ ਕੇ ਸੈੱਟ ਹੋ ਜਾਣਗੇ ਪਰ ਬਲਜਿੰਦਰ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਠੱਗੀ ਵੱਜ ਜਾਵੇਗੀ। ਉਸ ਤੋਂ ਬਾਅਦ ਉਸ ਦਾ ਪੁੱਤ ਤੇ ਉਸ ਦੀ ਘਰਵਾਲੀ ਮਾਨਸਿਕ ਰੋਗੀ ਬਣ ਜਾਣਗੇ। ਦੱਸ ਦਈਏ ਕਿ 20 ਅਪ੍ਰੈਲ 2018 ਨੂੰ ਜਗਰਾਉਂ ਦੇ ਮਲਕ ਪਿੰਡ ਦੀ ਕੁੜੀ ਪਵਨਦੀਪ ਕੌਰ ਦੇ ਨਾਲ ਮੰਗਣੀ ਹੋਈ ਸੀ ਜਿਸ ਤੋਂ ਕੁਝ ਦਿਨ ਬਾਅਦ ਹੀ ਕੁੜੀ ਕੈਨੇਡਾ ਚਲੀ ਗਈ ਤੇ ਉਹਦੇ ਜਾਣ ਦਾ ਖਰਚਾ ਤੇ ਉਹਦੇ ਜਾਣ ਤੋਂ ਬਾਅਦ ਵੀ ਜਿਹੜੇ ਫੀਸ ਦੇ ਪੈਸੇ ਆ ਉਸ ਨੂੰ ਭੇਜਦੇ ਰਹੇ। ਪੂਰੇ 1.5 ਸਾਲ ਬਾਅਦ ਉਹਨਾਂ ਦੇ ਕਹਿਣ ਤੇ ਪਵਨਦੀਪ ਜਦੋਂ ਇੰਡੀਆ ਵਾਪਸ ਆਈ ਤਾਂ ਫਿਰ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ। ਉਸ ਤੋਂ ਬਾਅਦ ਲੜਕੀ ਸਹੁਰੇ ਘਰ ਰਹੀ ਤੇ ਫਿਰ 1 ਮਹੀਨੇ ਬਾਅਦ ਉਹ ਵਿਦੇਸ਼ ਚਲੀ ਗਈ ਪਰ ਬਾਅਦ ਵਿੱਚ ਨਾ ਤਾਂ ਉਸਨੇ ਕਦੇ ਮੁੰਡੇ ਨਾਲ ਗੱਲਬਾਤ ਕੀਤੀ ਤੇ ਨਾ ਹੀ ਉਸ ਨੂੰ ਉੱਥੇ ਬੁਲਾਉਣ ਦੀ ਕਿਸੇ ਗੱਲਬਾਤ 'ਤੇ ਆਈ। ਇਸ ਮਾਮਲੇ 'ਚ ਕੀ ਕਹਿੰਦਾ ਲੜਕਾ ਆਓ ਉਸ ਦੇ ਮੂੰਹੋਂ ਵੀ ਸੁਣ ਲੈਂਦੇ ਹਾਂ।
ਮੇਰਾ ਨਾਮ ਸਰ ਭੁਪਿੰਦਰ ਸਿੰਘ ਹੈ ਜੀ, ਸਾਨੂੰ ਬਲਜਿੰਦਰ ਸਿੰਘ, ਪਿੰਡ ਕਿਲੀਚਾਲ, ਤਹਿਸੀਲ ਮੋਗਾ। ਮੇਰੀ ਸ਼ਾਦੀ ਹੋਈ ਸੀਗੀ ਜੀ 12 ਮਈ 2019 ਦੇ ਵਿੱਚ ਪਵਨਦੀਪ ਕੌਰ ਡਾਕਟਰ ਆਫ ਸਤਪਾਲ ਸਿੰਘ, ਪਿੰਡ ਮਲਕ, ਜ਼ਿਲ੍ਹਾ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਅਤੇ ਸਰ ਮੇਰੀ ਸ਼ਾਦੀ ਤੋਂ ਬਾਅਦ ਲੜਕੀ ਚਲੀ ਗਈ, ਮਹੀਨੇ ਬਾਅਦ ਬਾਹਰ ਚਲੀ ਗਈ ਹੈ ਸਰ। ਇੱਥੇ ਮਤਲਬ ਕਿ ਜਦੋਂ ਰਹੀ ਆ ਮੇਰੇ ਨਾਲ, ਕੋਈ ਵਰਤ ਵਰਤਾਅ ਬਾਹਲਾ ਵਧੀਆ ਹੈ ਨਹੀਂ ਸੀਗਾ ਕੁੜੀ ਦਾ। ਅਤੇ ਮਤਲਬ ਕਿ ਮੈਂ ਇਕੱਲੀ ਗੱਲ ਉਹਦੇ ਮਦਰ ਨੂੰ ਮੈਂ ਦੱਸਦਾ ਹੁੰਦਾ ਸੀ ਵੀ ਅੱਜ ਇਹਨੇ ਐਂ ਕੀਤਾ, ਅੱਜ ਇਹਨੇ ਐਂ ਕੀਤਾ ਵਾ। ਅਤੇ ਸਰ ਜਦੋਂ ਲੜਕੀ ਬਾਹਰੋਂ ਆਈ ਆ ਮੈਰਿਜ ਤੋਂ ਥੋੜ੍ਹੇ 20 ਕੁ ਦਿਨ ਬਾਅਦ ਸਰ ਇਹ ਮਤਲਬ ਕਿ ਥੋੜ੍ਹਾ ਖ਼ਰਾਬ ਕਰਨ ਲੱਗ ਗਈ। ਖ਼ਰਾਬ ਇੱਦਾਂ ਕਰਦੀ ਸੀਗੀ ਜੀ, ਮਤਲਬ ਕਿ ਜਦੋਂ ਮੈਂ ਸੌਂ ਜਾਂਦਾ ਹੁੰਦਾ ਸੀਗਾ ਉਸ ਤੋਂ ਬਾਅਦ ਇਹ ਫੋਨ ਫਾਨ ਚਲਾਉਂਦੀ ਸੀ। ਮੈਂ ਕਹਿੰਦਾ ਸੀਗਾ ਵੀ ਤੂੰ ਸੌਂ ਜਾ, ਅਤੇ ਇਹ ਇੱਕ ਦਿਨ ਇਹ ਕਹਿੰਦੀ ਮੈਂ ਆਪਦੇ ਪਿੰਡ ਜਾਣਾ ਵਾ। ਮੈਂ ਕਿਹਾ ਵੀ ਸਵੇਰੇ ਚੱਲਾਂਗੇ ਪਿੰਡ। ਇਹ ਸਰ ਰੋਣ ਲੱਗ ਗਈ ਜੀ। ਉਹ ਕੁਦਰਤੀ ਜਿਹੜੀ ਕੁੜੀਆਂ ਦੇ ਨਾਲ ਬਾਹਰ ਰਹਿੰਦੀਆਂ ਸੀਗੀਆਂ ਉਹਦੀ ਵੀਡੀਓ ਕਾਲ ਆ ਗਈ, ਇਹ ਵਿੱਚ ਰੋਂਦੀ ਉੱਦਾਂ ਹੀ ਵੀਡੀਓ ਕਾਲ 'ਤੇ ਵਿਖਾਤੀ ਇਹਨੇ ਜੀ। ਉਸ ਤੋਂ ਬਾਅਦ ਸਰ ਉਹ ਕੁੜੀ ਨੇ ਕੀਤਾ, ਇਹਦੇ ਭਰਾ ਨੂੰ ਵਿੱਚ ਕਾਨਫਰੰਸ ਦੇ ਵੀਡੀਓ ਕਾਲ 'ਤੇ ਲੈ ਲਿਆ। ਉਹਦੇ ਭਰਾ ਨੂੰ ਸਾਹਮਣੇ ਰੋਣ ਲੱਗ ਗਈ ਜੀ। ਉਹਦਾ ਭਰਾ ਇੱਦਾਂ 3-5 ਬੋਲਿਆ ਵੀ ਤੂੰ ਨਹੀਂ ਰੱਖਣੀ, ਮੈਨੂੰ ਆਏ ਕਹਿੰਦੇ। ਮੈਂ ਕਿਹਾ ਵੀ ਰੱਖਣ ਵਾਲੀ ਸਾਡੇ ਮੀਆਂ ਬੀਬੀ ਦੀ ਗੱਲ ਆ ਹੈ ਨਾ, ਵੀ ਤੂੰ ਕਾਹਦੇ ਵਿੱਚ ਬੋਲਦਾ। ਸਿਰਫ ਗੱਲ ਇੰਨੀ ਸੀ, ਮੈਂ ਸਿਰਫ ਇੰਨੇ ਕਿਹਾ ਸੀ ਵੀ ਤੂੰ ਰਾਤ ਨੂੰ ਫੋਨ ਨਾ ਚਲਾਇਆ ਕਰ, ਵੀ ਤੂੰ ਸੌਂ ਜਾ। ਉਹ ਕਹਿੰਦੀ ਮੇਰੇ ਕੈਨੇਡਾ ਦੇ ਹਿਸਾਬ ਨਾਲ ਮੈਨੂੰ ਨੀਂਦ ਆਉਂਦੀ ਆ। ਚਲੋ ਉਸ ਤੋਂ ਬਾਅਦ ਸਾਰੇ ਬਾਹਰ ਚਲੀ ਗਈ ਆ ਜਾ ਕੇ ਜੀ। ਮਤਲਬ ਕਿ ਜਦੋਂ ਇਹ ਆਈ ਆ ਮੈਂ ਫੀਸ ਪਾਤੀ ਸੀਗੀ ਜਾ ਕੇ, ਬਸ ਇਹਨੇ ਮੈਨੂੰ ਇੱਕ ਦਿਨ ਫੋਨ ਲਾਇਆ, ਕਹਿੰਦੀ ਮੈਂ ਪਹੁੰਚ ਗਈ ਆ। ਉਸ ਤੋਂ ਬਾਅਦ ਸਾਰੇ ਨੇ ਕਦੇ ਮੈਨੂੰ ਫੋਨ ਲਾਇਆ ਨਹੀਂ। ਉਸ ਤੋਂ ਬਾਅਦ ਥੋੜ੍ਹੇ ਦਿਨ ਪਹਿਲਾਂ ਸਰ ਪਿਛਲੇ 24 ਤਰੀਕ ਨੂੰ ਇਹਦਾ ਮੈਸੇਜ ਆਇਆ ਮੈਨੂੰ, ਮੇਰੇ ਕੋਲ ਮੈਸੇਜ ਅਜੇ ਵੀ ਹੈਗਾ। ਕਹਿੰਦੀ ਇੱਦਾਂ ਕਰਕੇ ਵੀ ਤੁਸੀਂ ਆਪਦੇ ਪਿੰਡ ਦੇ ਸਰਪੰਚ ਨਾਲ ਗੱਲ ਕਰੋ। ਮੈਂ ਆਪਦੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਲਈ ਆ ਵੀ ਅਸੀਂ ਤੁਹਾਡੇ ਨਾਲ ਨਿਬੇੜਨੀ ਚਾਹੁੰਦੇ ਹੁਣ। ਅਤੇ ਸਰ ਮਤਲਬ ਕਿ ਜਿਹੜਾ ਮੇਨ ਰੋਲ ਮੇਰਾ ਘਰ ਖਰਾਬ ਕਰਨ ਦੇ ਵਿੱਚ ਹੈਗਾ ਜੀ ਲਵਪ੍ਰੀਤ ਮੁੰਡਾ ਯਾਲੀ ਤੋਂ, ਇਹ ਠੀਕ ਹੈ ਜੀ, ਇਹਦੇ ਮਾਮੇ ਦਾ ਮੁੰਡਾ, ਇਹਦੀ ਭੂਆ ਦਾ ਮੁੰਡਾ। ਜੋ ਸਰ ਮੈਂ ਫਾਈਲ ਲਾਈ ਸੀਗੀ ਉਹ ਮੁੰਡਾ ਕਰਦਾ ਜੀ ਜੰਟ ਪੁਣੇ ਦਾ ਕੰਮ ਜੀ ਲੁਧਿਆਣੇ ਸ਼ਹਿਰ ਦੇ ਵਿੱਚ। ਅਤੇ ਇਹਨਾਂ ਨੇ ਤਾਂ ਸਰ ਸਾਡੇ ਨਾਲ ਕੋਈ ਨਹੀਂ ਗੱਲ ਕੀਤੀ, ਨਾ ਕੁੜੀ ਦੇ ਡੈਡੀ ਨੇ, ਨਾ ਮੰਮੀ ਨੇ, ਭਰਾ ਨੇ। ਇਹਨਾਂ ਨੇ ਇੱਕੋ ਹੀ ਗੱਲ ਮੂਹਰੇ ਰੱਖੀ ਆ ਵੀ ਸਾਡਾ ਸਾਰਾ ਕੁਛ ਇਹੀ ਕਰੂ, ਇਹਨੂੰ ਨੌਲੇਜ ਆ ਜੀ। ਅਤੇ ਅਸੀਂ ਵੀ ਉੱਤੇ ਯਕੀਨ ਕਰ ਲਿਆ ਵੀ ਚੱਲ ਕੋਈ ਗੱਲ ਨਹੀਂ ਵੀ ਘਰ ਦਾ ਮੁੰਡਾ, ਇਹਦੇ ਹੱਥ ਸਾਰਾ ਕੁਛ ਕਰਾ ਲੈਂਦੇ ਆ। ਉਹ ਸਰ ਸਾਡੇ 1,20,000 ਰੁਪਏ ਸਾਡਾ ਸਰ ਉਦੋਂ ਇਹਨੇ ਖਾਧਾ ਵਿੱਚੋਂ। ਉਸ ਤੋਂ ਬਾਅਦ ਸਰ ਸਾਡੀ ਕੀ ਗੱਲ ਹੋਈ ਆ, ਇਹਨਾਂ ਨਾਲ ਵਰਤ ਨੂੰ ਹਟ ਗਿਆ। ਅੰਦਰੋਂ ਹੱਥ 'ਤੇ ਵਰਤਦੇ ਸੀਗੇ ਜੀ, ਉੱਤੋਂ ਵਰਤ ਨੂੰ ਹਟ ਗਏ। ਅਤੇ ਜਦੋਂ ਸਰ ਹੁਣ ਰੌਲਾ ਪਿਆ ਸਾਡਾ ਥਾਣੇ 'ਚ, ਉਹ ਹਰ ਕੰਮ ਦੇ ਵਿੱਚ ਸਰ ਅੱਜ ਵੀ ਮੂਹਰੇ ਆ ਜੀ। ਮਤਲਬ ਕਿ ਜਿੰਨੀਆਂ ਕੁੜੀ ਨੂੰ ਰਾਇ ਦਿੰਦਾ ਵਾ ਉਹੀ ਦਿੰਦਾ ਪਿਆ ਵਾ। ਅਤੇ ਹੁਣ ਮੇਰਾ ਘਰ ਖਰਾਬ ਦੇ ਕਰਨ ਦੇ ਵਿੱਚ ਇਹਦੀ ਮੰਮੀ ਦਾ, ਇਹਦੇ ਡੈਡੀ ਦਾ ਅਤੇ ਉਸ ਮੁੰਡੇ ਦਾ ਮੇਨ ਹੱਥ ਹੈ ਜੀ। ਜਿਹੜੀ ਪਵਨਦੀਪ ਕੌਰ ਇਹਨੇ ਆਈਲੈਟਸ ਕੀਤੀ ਸੀ, ਕਿੰਨੇ ਪੈਸੇ ਖਰਚ ਹੋਏ ਤੁਹਾਡੇ? ਸਾਡੇ ਸਰ 28 ਤੋਂ 30 ਲੱਖ ਰੁਪਏ ਖਰਚ ਹੋਇਆ ਜੀ। ਕਿਵੇਂ ਅਰੇਂਜ ਕੀਤਾ ਤੁਹਾਡੇ ਫਾਦਰ ਨੇ? ਇੱਕ ਸਰ ਸਾਡਾ ਪਲਾਟ ਸੀਗਾ ਮੋਗੇ ਜੀ, ਇੱਕ ਤਾਂ ਅਸੀਂ ਉਹ ਵੇਚਿਆ, ਫਿਰ ਜੀਪੀ ਫੰਡ 'ਚੋਂ ਪੈਸੇ ਕਢਾਏ, ਫਿਰ ਸਾਡਾ ਪਰਸਨਲ ਲੋਨ ਚੱਲਦਾ ਪਿਆ ਜੀ। ਅਸੀਂ ਲੋਨ ਭਰਦੇ ਪਏ ਆ ਜੀ ਵਿਆਜ ਮਹੀਨੇ ਦੇ ਮਹੀਨੇ। 28,000 ਰੁਪਏ ਸਾਡਾ ਕੱਟਿਆ ਜਾਂਦਾ ਤਨਖਾਹ 'ਚ। ਜਦੋਂ ਅੰਗੇਜਮੈਂਟ ਤੋਂ ਬਾਅਦ ਬਾਹਰ ਚਲੀ ਗਈ ਸੀ ਇਹ? ਹਾਂਜੀ, ਇੱਕ ਵਾਰ ਬਾਹਰ ਚਲੀ ਗਈ, ਤੋਂ ਬਾਅਦ ਫਿਰ ਆਈ ਸੀਗੀ ਥੋੜ੍ਹੇ 1.5 ਸਾਲ ਬਾਅਦ, ਫਿਰ ਆ ਕੇ ਮੈਰਿਜ ਕਰਵਾ ਕੇ ਫਿਰ ਗਈ ਸੀਗੀ। ਤੇ ਸਾਰੇ ਪੈਸੇ ਕਿਹਨੇ ਲਾਏ ਸੀ? ਸਾਰੇ ਪੈਸੇ ਸਾਡੇ ਵੱਲੋਂ ਲੱਗੇ ਆ ਜੀ। ਤੇ ਉਸ ਤੋਂ ਬਾਅਦ ਮਤਲਬ ਜਿਵੇਂ ਸ਼ਾਦੀ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੇ ਸੀ ਸਰ ਕਿਸ ਤਰ੍ਹਾਂ ਦੀ ਪਰੇਸ਼ਾਨੀ ਸੀ ਤੁਹਾਨੂੰ? ਸਰ ਗੱਲ ਇੱਥੋਂ ਸ਼ੁਰੂ ਹੁੰਦੀ ਸੀ ਸਰ, ਮਤਲਬ ਕਿ ਜਿੱਥੇ ਰਹਿੰਦੀ ਸੀਗੀ ਵਿੰਡਸਰ ਅੰਟਾਰੀਓ ਦੇ ਵਿੱਚ ਰਹਿੰਦੀ ਸੀਗੀ। ਇਹਦੇ ਘਰ ਦੇ ਪਿਛਲੇ ਪਾਸੇ ਸੀਗਾ ਰਿਵਰ, ਸਮੁੰਦਰ ਸੀਗਾ। ਇਹ ਮੈਨੂੰ ਐਂ ਕਹਿੰਦੀ ਸੀ ਮਤਲਬ ਕਿ ਜਦੋਂ ਆਪਣੇ ਇੱਥੇ ਦਿਨ ਚੜ੍ਹਦਾ ਸੀਗਾ, ਇਹ ਹੁਣ ਮੇਰਾ ਤਾਂ ਗੱਲ ਕਰਨ ਦੇ ਜਦੋਂ ਦਿਨ ਚੜ੍ਹਨਾ ਪੋਦੀ ਗੱਲ ਕਰਨੀ ਆ, ਮੈਂ ਇਹਨੂੰ ਫੋਨ ਕਰਨਾ, ਇਹ ਨੈੱਟ ਬੰਦ ਕਰਕੇ, ਮੈਨੂੰ ਨਹੀਂ ਪਤਾ ਸੀ ਰਿਵਰ 'ਤੇ ਜਾਂਦੀ ਕਿ ਨਹੀਂ ਜਾਂਦੀ। ਇਹ ਕਹਿੰਦੀ ਮੈਂ ਰਿਵਰ 'ਤੇ ਸੀਗੀ। ਘੰਟੇ 2 ਘੰਟੇ ਬਾਅਦ ਆ ਕੇ ਇਹਨੇ ਮੈਸੇਜ ਕਰਨਾ, ਕਹਿੰਦੀ ਹੈਲੋ ਮੈਂ ਸੌਣ ਲੱਗੀ ਆ। ਮੈਂ ਕਿਹਾ ਠੀਕ ਆ ਸੌਣ ਲੱਗੀ ਆ। ਮੁੜ ਕੇ ਫੋਨ 'ਤੇ ਪ੍ਰਾਈਵੇਸੀ ਲਾ ਕੇ ਆਨਲਾਈਨ ਰਹਿੰਦੀ ਸੀਗੀ। ਮੈਂ ਡੈਡੀ ਵਾਲੇ ਫੋਨ ਤੋਂ ਚੈੱਕ ਕਰਦਾ ਰਹਿੰਦਾ ਸੀਗਾ। ਇਹ ਸਰ ਜੀ ਮੇਰੇ ਨਾਲ ਮਤਲਬ ਕਿ ਜੇ ਮੈਂ 8 ਦਿਨ ਫੋਨ ਲਾਉਂਦਾ ਸੀ, 9ਵੇਂ ਦਿਨ ਮੇਰੇ ਫੋਨ ਚੱਕਦੀ ਹੁੰਦੀ ਸੀਗੀ, ਨਹੀਂ ਤਾਂ ਮੈਨੂੰ ਬਲੌਕ ਰੱਖਦੀ ਸੀ ਹਰ ਵਾਰੀ ਕਰਕੇ। ਕਾਰਨ ਕੀ ਕਿਹਾ ਵੀ ਤੁਹਾਨੂੰ ਤੁਹਾਡੇ ਨਾਲ ਰਹਿਣਾ ਕਿਉਂ ਨਹੀਂ ਚਾਹੁੰਦੀ? ਰਹਿਣਾ ਮੈਨੂੰ ਸਾਰੇ ਇਹਦੇ ਘਰਦਿਆਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਕੋਲ ਵੀ ਤੂੰ ਮੁੰਡੇ ਨੂੰ ਬੁਲਾਉਣਾ ਨਹੀਂ ਹੈਗਾ ਬਾਹਰ। ਇਹ ਡੈਡੀ ਨੇ ਪਤਾ ਨਹੀਂ ਕੀ ਦਿਮਾਗ 'ਚ ਆਈ ਕੀ ਨਹੀਂ ਆਈ। ਫਿਰ ਇਹਨਾਂ ਨੇ ਰੌਲਾ ਇਹ ਪਾਤਾ ਸਰ ਸਾਨੂੰ ਮੁੰਡਾ ਨਹੀਂ ਪਸੰਦ, ਸਾਡੀ ਕੁੜੀ ਨੂੰ ਮੁੰਡਾ ਨਹੀਂ ਪਸੰਦ। ਵੀ ਜੇ ਮੁੰਡਾ ਨਹੀਂ ਪਸੰਦ ਸੀ ਵਿਆਹ ਤੋਂ ਪਹਿਲਾਂ ਕਹਿੰਦੇ ਜੀ, ਜੇ ਮੁੰਡਾ ਅੱਜ ਸਾਰਿਆਂ ਫੀਚਰ ਤੋਂ ਬਾਅਦ ਮੁੰਡਾ ਨਾ ਪਸੰਦ ਹੋਇਆ ਜੀ, ਪਹਿਲਾਂ ਕਿਉਂ ਨਹੀਂ ਨਾ ਪਸੰਦ ਹੋਇਆ? ਤੁਹਾਡੀ ਮੈਰਿਜ ਜਿਹੜੀ ਹੈ ਕੰਟਰੈਕਟ ਬੇਸ ਹੋਈ ਸੀ ਜਾਂ ਪੱਕੀ ਮੈਰਿਜ? ਨਹੀਂ ਪੱਕੀ ਮੈਰਿਜ ਸਰ। ਮੈਰਿਜ ਤੋਂ ਬਾਅਦ ਤੁਸੀਂ ਗਏ ਕਿਤੇ ਘੁੰਮਣ ਫਿਰ? ਹਾਂਜੀ ਗਏ ਸਰ, ਅਸੀਂ 2 ਦਿਨ ਗਏ ਹਾਂ। ਤੁਹਾਡੇ ਕੋਲ ਘਰ ਇੱਥੇ ਕਿੰਨੀ ਦੇਰ ਰਹੀ ਹੈ? ਹਾਂਜੀ ਇੱਥੇ ਕਿੰਨੀ ਦੇਰ ਰਹੀ ਹੈ? 1 ਮਹੀਨਾ ਰਹੀ ਹੈ ਜੀ। ਤੁਹਾਡੇ ਕੋਲ ਕੋਈ ਮਾਮਲਾ ਦਰਜ ਕਰਾਇਆ ਪੁਲਿਸ ਦੇ ਵਿੱਚ? ਹਾਂਜੀ ਸਰ ਹੁਣ ਕਰਵਾਇਆ ਗਿਆ ਜੀ। ਕਿੰਨੇ ਲੋਕਾਂ ਦੇ? ਸਰ ਅਸੀਂ ਨਾਮ ਤਾਂ ਦਿੱਤੇ ਸੀਗੇ ਸਰ 3, ਪਰ ਉਹਨਾਂ ਨੇ ਹਜੇ ਇੱਕ ਲੜਕੀ ਦੇ ਪਿਓ 'ਤੇ ਲੜਕੀ ਦੋਨਾਂ 'ਤੇ ਮਾਮਲਾ ਦਰਜ ਕੀਤਾ ਹਜੇ। ਜਿਹੜੀਆਂ ਇੱਦਾਂ ਦੀਆਂ ਲੜਕੀਆਂ ਠੱਗੀਆਂ ਵੱਧ ਰਹੀਆਂ ਹੈਗੀਆਂ, ਤੁਸੀਂ ਆਮ ਇੱਕ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਦਿਓਗੇ? ਸਰ ਮੈਂ ਤਾਂ ਇਹੀ ਗੱਲ ਕਹਿਣਾ ਵਾ ਜੀ, ਜਿਹੜੇ ਇੰਨੇ ਪੈਸੇ ਚੱਕ ਕੇ ਲਾਉਂਦੇ ਆ ਜੀ, ਇਹ ਬਹੁਤ ਮਾੜੀ ਗੱਲ ਹੈ ਜੀ ਉਹਨਾਂ ਵਾਸਤੇ। ਆ ਪਿੱਛੇ ਜਿਹਾ ਮੁੰਡਾ ਮਰ ਗਿਆ, ਉਹਦੇ ਹੁਣ ਮੈਂ ਕੱਲ੍ਹ ਵੀਡੀਓ ਦੇਖੀ, ਉਹਦੇ ਮਾਂ ਪਿਓ ਦੇ ਕੀ ਬੀਤੀ ਆ ਜੀ। ਇਹ ਬਹੁਤ ਗਲਤ ਕਰਦੇ ਜੀ, ਉਹਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਜੀ, ਉਹਨੇ ਆਪਦਾ ਸਾਰਾ ਕੁਝ ਬਣਾ ਲਿਆ ਜੀ, ਸਾਨੂੰ ਤਾਂ ਥੱਲੇ ਲਾ ਗਈ ਜੀ। ਉਹ ਮੁੰਡੇ ਹੁਣ ਮਰਦੇ, ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਕੰਮ ਨਾ ਕਰੋ ਯਾਰ। ਤੁਸੀਂ ਵੀ ਇਸ ਡਿਪਰੈਸ਼ਨ ਦੇ ਸ਼ਿਕਾਰ ਹੋਏ ਸੁਣਨ ਦੇ? ਬਹੁਤ ਜ਼ਿਆਦਾ ਹੋਇਆ, ਬਹੁਤ ਜ਼ਿਆਦਾ ਹੋਇਆ ਜੀ। ਇੰਨਾ ਯਕੀਨ ਕੀਤਾ ਜੀ ਇਹਨਾਂ 'ਤੇ ਵੀ
ਬਹੁਤ ਯਕੀਨ ਕੀਤਾ ਜੀ ਇਹਨਾਂ ਤੇ। ਇਹਨਾਂ ਨੇ ਮਾੜੀ ਕੀਤੀ ਹੈ ਸਾਡੇ ਨਾਲ, ਸਾਰੀ ਦੁਨੀਆ ਨੂੰ ਪਤਾ ਜੀ ਇਹਨਾਂ ਨੇ ਮਾੜੀ ਕੀਤੀ ਹੈ। ਇਹਦੀ ਮੰਮੀ ਨੇ ਖਾਸ ਕਰਕੇ ਜੀ, ਇਹਦੀ ਮੰਮੀ ਨੇ ਮੈਨੂੰ ਬਰਬਾਦ ਕੀਤਾ। ਜਿਹਦੀ ਮੰਮੀ ਨੇ ਉਹਨੇ ਮੈਨੂੰ ਬਰਬਾਦ ਕੀਤਾ ਜੀ। ਮੇਰਾ ਘਰ ਮੇਰੀ ਮਾਂ ਨੇ ਬਰਬਾਦ ਕੀਤਾ ਸਾਰਾ ਜੀ। ਹਰ ਗੱਲ ਦੇ ਵਿੱਚ ਹਾਮੀ, ਹਰ ਗੱਲ 'ਚ ਹਾਮੀ ਇਹਦੀ ਮਾਂ ਦੀ ਆ ਜੀ। ਮਹੀਨੇ ਦੇ ਵਿੱਚ ਤੁਹਾਡੇ ਨਾਲ ਕੋਈ ਕਿੱਦਾਂ ਦੀ ਡੀਲ ਕਿੱਦਾਂ ਕਰਿਆ ਜਿਹੜਾ ਤੁਹਾਡੇ ਨਾਲ? ਬਹੁਤ ਮਾੜਾ ਰਿਹਾ ਸਰ। ਬਾਥਰੂਮ 'ਚ ਜਾਂਦੀ ਸਰ, ਬਾਥਰੂਮ ਦੇ ਵਿੱਚ ਫੋਨ ਲੈ ਕੇ ਜਾਂਦੀ ਸੀ, ਨਹਾਉਣ ਲੱਗੀ ਵੀ ਅੰਦਰ ਫੋਨ ਜਾਂਦਾ ਸੀ। ਆਪਣੇ ਮਦਰ ਜਾਂ ਫਾਦਰ ਨੂੰ ਦੱਸਿਆ? ਮੈਂ ਆਪਦੇ ਘਰੇ ਵੀ ਉਹਦੇ ਮਦਰ ਫਾਦਰ ਨੂੰ ਵੀ ਦੱਸਿਆ। ਉਹਦੇ ਫਾਦਰ ਨਾਲ ਮੈਨੂੰ ਕਦੇ ਮਾੜਾ ਨਹੀਂ ਬੋਲੇ ਸੀਗੇ। ਜਦੋਂ ਸਾਰੀਆਂ ਫੀਸਾਂ ਪੈ ਗਈਆਂ, ਕੁੜੀ ਇੱਥੋਂ ਇੰਡੀਆ ਚਲੀ ਗਈ, ਉਦੋਂ ਉਹਦਾ ਡੈਡੀ ਮੈਨੂੰ ਮਾੜਾ ਬੋਲਣ ਲੱਗ ਗਿਆ। ਯਾਨੀ ਕਿ ਜਦੋਂ ਫੀਸ ਲੈਣੀ ਸੀ ਤੁਹਾਡੇ ਨਾਲ ਡੀਲਿੰਗ ਅੱਛੀ ਰਹੀ? ਜਮਾ ਸਹੀ ਰਹੀ ਕੁੜੀ। ਮੈਨੂੰ ਕੁੜੀ ਨੇ ਇੰਨੀਆਂ ਗੱਲਾਂ ਦੱਸੀਆਂ। ਕੁੜੀ ਕਹਿੰਦੀ ਵੀ ਜਿਹੜਾ ਲਵਪ੍ਰੀਤ ਆ ਉਹ ਮੈਨੂੰ ਇਹ ਗੱਲ ਕਹਿੰਦਾ ਵੀ ਤੂੰ ਉਹਦੇ ਨਾਲ ਗੱਲ ਨਾ ਕਰਿਆ ਕਰ। ਉਹ ਜਦੋਂ ਫੀਸਾਂ ਸਾਰੀਆਂ ਪੈ ਗਈਆਂ ਉਸ ਤੋਂ ਬਾਅਦ ਆਹ ਗੱਲਾਂ ਹੋ ਗਈਆਂ। ਕਹਿੰਦੀ ਮੈਂ ਤੈਨੂੰ ਬੁਲਾਉਣਾ ਨਹੀਂ ਗਾ। ਉਹਦੀ ਮੰਮੀ ਕਹਿੰਦੇ ਅਸੀਂ ਨਹੀਂ ਬੁਲਾਉਣਾ, ਕਰ ਦਿਓ ਪਰਚਾ ਦੇ ਦਿਓ ਕੇਸ। ਕਹਿੰਦੇ 20 ਸਾਲ ਚੱਲੀ ਜਾਣਗੇ। ਇਸ ਸਾਰੇ ਮਾਮਲੇ ਦੇ ਵਿੱਚ ਇਸ ਨੌਜਵਾਨ ਲੜਕੇ ਦੇ ਮਾਪਿਆਂ ਦਾ ਕੀ ਕਹਿਣਾ ਹੈ, ਆਓ ਉਹਨਾਂ ਦੇ ਮੂੰਹੋਂ ਵੀ ਸੁਣਦੇ ਹਾਂ। हाँ, मेरे लड़के की शादी पवनदीप कौर सन ऑफ सतपाल सिंह वासी मलक तहसील जिला लुधियाना से हुई। मेरे लड़के की अंगेजमेंट 20 अप्रैल 2018 ਨੂੰ ਹੋਈ ਸੀ। अंगेजमेंट ਤੋਂ 8 ਦਿਨ ਬਾਅਦ 28 ਅਪ੍ਰੈਲ ਨੂੰ ਲੜਕੀ ਕੈਨੇਡਾ ਚਲੀ ਗਈ। ਉਸ ਤੋਂ ਬਾਅਦ ਫੀਸਾਂ ਵਗੈਰਾ ਜੋ ਵੀ ਅਸੀਂ ਪਾਉਂਦੇ ਰਹੇ ਆ। 2019 ਦੇ ਵਿੱਚ ਲੜਕੀ ਸ਼ਾਦੀ ਕਰਾਉਣ ਵਾਸਤੇ ਆ ਗਈ। ਸ਼ਾਦੀ ਤੋਂ ਬਾਅਦ 1 ਮਹੀਨਾ ਲਗਭਗ ਇੱਥੇ ਰਹੀ ਆ। ਜਦੋਂ ਆਉਣ ਤੋਂ ਬਾਅਦ ਵੀ ਲੜਕੇ ਨਾਲ ਕੋਈ ਵਧੀਆ ਮੇਲ ਮਿਲਾਪ ਨਹੀਂ ਸੀਗਾ, ਕੋਈ ਵਧੀਆ ਬੋਲ ਨਹੀਂ ਰਹੀ ਸੀਗੀ। ਅਸੀਂ ਰਿਸ਼ਤੇਦਾਰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਸੀਗਾ ਵੀ ਲੜਕੀ ਦਾ ਜਿਹੜਾ ਬਿਹੇਵ ਆ ਸਾਡੇ ਪ੍ਰਤੀ ਵਧੀਆ ਨਹੀਂਗਾ। ਤੋ ਥੋੜਾ ਬਹੁਤਾ ਕਹਿਆ ਸੁਣੀ ਹੋਈ ਸੀਗੀ, ਪਰ ਉਹਦੇ ਵਿੱਚ ਇਹ ਸੀਗਾ ਵੀ ਲੜਕੀ ਗਲਤ ਪਾਈ ਗਈ। ਉਹਨਾਂ ਰਿਸ਼ਤੇਦਾਰਾਂ ਨੇ, ਉਹਦੇ ਲੜਕੀ ਦੇ ਮਾਤਾ ਪਿਤਾ ਨੇ, ਇੱਕ ਲਵਪ੍ਰੀਤ ਰਿਸ਼ਤੇਦਾਰ ਲੜਕੀ ਨੂੰ ਕਸੂਰਵਾਰ ਕੱਢਿਆ, ਪਰ ਲੜਕੀ ਮੰਨਣ ਨੂੰ ਤਿਆਰ ਨਹੀਂ ਸੀ। ਉਸ ਤੋਂ ਬਾਅਦ ਸ਼ਾਦੀ ਕਰਨ ਤੋਂ ਬਾਅਦ ਲੜਕੀ ਵਾਪਸ ਚਲੀ ਗਈ। ਲੜਕਾ ਫੋਨ ਕਰਦਾ ਹੁੰਦਾ ਸੀਗਾ ਤੇ ਉਹਨੇ ਬਲੌਕ ਲਿਸਟ ਦੇ ਵਿੱਚ ਪਾ ਲਿਆ ਸੀਗਾ। ਬਾਅਦ ਵਿੱਚ ਕੀ ਹੋਇਆ, ਅਸੀਂ ਰਿਸ਼ਤੇਦਾਰ ਇਕੱਠੇ ਕੀਤੇ, ਥਾਣੇ ਵਗੈਰਾ ਇਕੱਠੇ ਕੀਤੇ। ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਤੁਹਾਡਾ ਲੜਕਾ ਵੀ ਬੁਲਾਊਗੀ ਤੇ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਤੁਹਾਡਾ ਲੜਕਾ ਕੈਨੇਡਾ ਜਾਊਗਾ। ਉਹਨਾਂ ਨੇ ਕਈ ਵਾਰ ਫੋਨ ਲੜਕੀ ਨੂੰ ਕੀਤਾ, ਕਈ ਵਾਰ ਨਹੀਂ ਕੀਤਾ। ਉਹਨਾਂ ਨੇ ਕੀ ਕੀਤਾ, ਲੜਕੀ ਕਹਿੰਦੀ ਵੀ ਮੈਂ ਲੜਕੇ ਨੂੰ ਨਹੀਂ ਬੁਲਾਉਣਾ ਚਾਹੁੰਦੀ ਤੇ ਤੁਸੀਂ ਘਰੇ ਗੱਲ ਕਰੋ। ਉਹਨਾਂ ਨੂੰ ਅਸੀਂ ਕਿਹਾ, ਲੜਕੇ ਨੂੰ 2 ਵਾਰੀ ਕਿਹਾ, ਮੇਰੇ ਬੇਟੇ ਨੂੰ ਕਿਹਾ ਵੀ ਤੁਸੀਂ ਸਾਡੇ ਘਰੇ ਗੱਲ ਕਰੋ, ਵੀ ਮੈਂ ਤੈਨੂੰ ਬੁਲਾਉਣਾ ਨਹੀਂ ਚਾਹੁੰਦੀ, ਮੈਨੂੰ ਵਧੀਆ ਨਹੀਂ ਲੱਗਦਾ, ਮੇਰਾ ਤੇਰੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਲੜਕੇ ਨੇ ਮੈਨੂੰ ਕਿਹਾ ਚਲੋ ਮੈਂ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਜਾ ਕੇ, ਇਹ ਲੜਕੀ ਇੱਦਾਂ ਕਹਿੰਦੀ ਆ। ਤੇ ਉਹ ਕਹਿ ਰਹੇ ਨਹੀਂ ਲੜਕੀ ਤਾਂ ਸਹੀ ਆ, ਤੁਸੀਂ ਗਲਤ ਆ। ਉਲਟਾ ਸਾਨੂੰ ਗਲਤ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ। ਚਲੋ ਹੌਲੀ ਹੌਲੀ ਗੱਲ ਚੱਲਦੀ ਅਸੀਂ ਦਰਖਾਸਤ ਅਜੀਤਵਾਲ ਦੇਤੀ। 11/3/2020 ਨੂੰ ਪਰਚਾ ਰਜਿਸਟਰਡ ਹੋ ਗਿਆ। ਉਸ ਤੋਂ ਬਾਅਦ ਚਲੋ ਪਰਚਾ ਰਜਿਸਟਰਡ ਹੋਇਆ। ਉਸ ਤੋਂ ਬਾਅਦ 3-4 ਮਹੀਨੇ ਉਹ ਫਰਾਰ ਰਿਹਾ ਘਰੋਂ। ਫਰਾਰ ਹੋਣ ਤੋਂ ਬਾਅਦ ਅਸੀਂ ਚਲੋ ਥੋੜਾ ਬਹੁਤਾ ਕੀਤਾ, ਤਰੀਕਾਂ ਪੈ ਰਹੀਆਂ, ਕੋਈ ਅਜੇ ਤੱਕ ਕੋਈ ਮਸਲਾ ਨਹੀਂ ਹੱਲ ਹੋਇਆ। ਬਰਜਿੰਦਰ ਜੀ, ਇਹ ਲੜਕੀ ਕੌਣ ਸੀਗੀ ਤੁਹਾਡੀ, ਕਿਵੇਂ ਸੰਪਰਕ ਦੇ ਵਿੱਚ ਆਈ? ਇਹ ਲੜਕੀ ਮਲਕ ਦੀ ਰਹਿਣ ਵਾਲੀ ਪਵਨਦੀਪ ਕੌਰ ਸੀਗੀ। ਜਿਹੜਾ ਰਿਸ਼ਤਾ ਜੋੜਿਆ ਸੀਗਾ ਮੇਰੇ ਚਾਚੇ ਦੀ ਲੜਕੀ ਪਿੰਡ ਕਿੱਲੀ ਚਾਲਾਂ ਤੋਂ, ਤੇ ਮੇਰੀ ਚਾਚੀ ਦੀ ਭਾਣਜੀ ਸੀ ਉਸੇ ਮਲਕ ਪਿੰਡ ਦੇ ਵਿੱਚੋਂ ਰਹਿਣ ਵਾਲੀ। ਇੱਕ ਲੜਕੀ ਦੇ ਨਾਨਕੇ ਘਰ ਪਿੰਡ ਦੋਦਰ ਨੇ, ਜਿੱਥੇ ਮੇਰੀ ਛੋਟੀ ਛਾਲੀ ਆ, ਉਹਨਾਂ ਦੇ ਘਰਾਂ ਦੇ ਵਿੱਚੋਂ ਲੱਗਦੀ ਸੀਗੀ। ਥੋੜਾ ਰਸਤੇ ਲੜਕੀ ਨੇੜੇ ਹੋਣ ਕਰਕੇ ਥੋੜਾ ਜਿਹਾ ਭਰੋਸਾ ਵੱਧ ਕਰ ਲਿਆ ਵੀ ਚਲੋ ਆਪਣੇ ਰਿਸ਼ਤੇਦਾਰੀ ਵਿੱਚੋਂ ਕਰ ਰਹੇ ਹਾਂ। ਲੜਕੀ ਰਿਸ਼ਤੇਦਾਰੀ ਵਿੱਚੋਂ ਸੀ ਤੇ ਆਈਲੈਟਸ ਜਿਹੜੀ ਤੁਸੀਂ ਕਰਵਾਈ ਸੀ ਜਾਂ ਪਹਿਲਾਂ ਲੜਕੀ ਨੇ ਕੀਤੀ ਹੋਈ ਸੀ? ਆਈਲੈਟਸ ਲੜਕੀ ਨੇ ਕੀਤੀ ਸੀ, ਪੈਸੇ ਅਸੀਂ ਸਾਰੇ ਲਾਏ ਸੀ। ਆਈਲੈਟਸ ਅੰਗੇਜਮੈਂਟ ਤੋਂ ਬਾਅਦ ਜਦੋਂ ਬਾਹਰ ਗਈ ਹੈ ਤੁਸੀਂ ਪੈਸੇ ਲਾਏ ਸਾਰੇ? ਹਾਂਜੀ ਬਿਲਕੁਲ ਅਸੀਂ ਲਾਏ ਸੀ। ਕਿੰਨੇ ਕੁ ਪੈਸੇ ਖਰਚਾ ਹੋ ਗਏ? ਲਗਭਗ 28 ਤੋਂ ਲੈ ਕੇ 30 ਲੱਖ ਰੁਪਏ, ਜਿਹਦੀਆਂ ਬੈਂਕ ਸਟੇਟਮੈਂਟਾਂ ਹੈਗੀਆਂ ਨਾਲ ਹੀ। ਤੇ ਤੁਸੀਂ ਫੀਸਾਂ ਭਰੀਆਂ ਸਾਰੀਆਂ ਉਹਨਾਂ ਦੀਆਂ? ਹਾਂਜੀ ਬਿਲਕੁਲ, ਮੈਂ ਸਾਰੀਆਂ ਫੀਸਾਂ ਮੈਂ ਭੇਜੀਆਂ। ਤੇ ਜਦੋਂ ਸ਼ਾਦੀ ਹੋਈ, ਸ਼ਾਦੀ ਤੋਂ ਬਾਅਦ ਕਿੰਨੇ ਦਿਨ ਰਹੀ ਤੁਹਾਡੇ ਕੋਲ? ਲਗਭਗ 1 ਮਹੀਨਾ ਰਹੀ ਹੋਣੀ ਹੈ ਜੀ। ਕਿਸ ਤਰ੍ਹਾਂ ਦਾ ਬਿਹੇਵ ਸੀਗਾ ਉਹ? ਲੜਕੀ ਦਾ ਸਾਡੇ ਪ੍ਰਤੀ ਪੂਰੇ ਪਰਿਵਾਰ ਤੇ ਬਿਹੇਵ ਵਧੀਆ ਨਹੀਂ ਸੀਗਾ। ਟੋਟਲ ਕਿੰਨਾ ਖਰਚਾ ਤੁਹਾਡਾ ਜਿਹੜਾ ਆ ਗਿਆ ਹੋਊਗਾ? ਸਾਡਾ 28 ਤੋਂ 30 ਲੱਖ ਰੁਪਏ ਦੇ ਕਰੀਬ ਆਇਆ ਜੀ, 30 ਲੱਖ ਦੇ ਕਰੀਬ। ਜਿਹਦੇ ਵਿੱਚੋਂ ਮੈਂ ਪਲਾਟ ਇੱਕ ਵੇਚਿਆ, ਇੱਕ ਮੈਂ ਜੀਪੀ ਫੰਡ ਕਢਵਾਇਆ, 15 ਲੱਖ ਰੁਪਏ ਦਾ ਮੈਂ ਵਿਆਜ ਭਰਿਆ, ਜਿਹੜਾ ਮੇਰੀ ਪਰ ਮੰਥ 28,000 ਰੁਪਇਆ ਕਿਸ਼ਤ ਕੱਟ ਰਹੀ ਆ। ਬਰਜਿੰਦਰ ਜੀ, ਸ਼ਾਦੀ ਜਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਹੋਈਆਂ, ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਸੀ? ਬੇਟਾ ਕੀ ਕਹਿੰਦਾ ਸੀਗਾ ਜਾਂ ਤੁਹਾਡੀ ਵਾਈਫ ਕਿਸ ਤਰ੍ਹਾਂ ਦੇ ਹਾਲਾਤ? ਉਸ ਟਾਈਮ ਲੜਕੀ ਜਦੋਂ ਸਾਡੇ ਨਾਲ ਗੱਲ ਕਰਨਾ ਬੰਦ ਕਰਤੀ, ਮੇਰਾ ਬੇਟਾ ਤੇ ਮੇਰੀ ਮਿਸਿਸ ਡਿਪਰੈਸ਼ਨ ਦੇ ਵਿੱਚ ਚਲੀ ਗਈ, ਜਿਹੜੀ 7 ਮਹੀਨੇ ਲਗਾਤਾਰ ਜਗਰਾਉਂ ਤੋਂ ਡਾਕਟਰ ਸਰਬਜੀਤ ਕੌਰੋਂ ਮੈਡੀਸਨ ਦੀ ਖਾਧੀ ਇਹਨਾਂ ਨੇ। ਕਾਫੀ ਸ਼ੱਕ ਕਰਨੀ ਪਈ ਤੁਹਾਨੂੰ, ਬੇਟਾ ਵੀ ਤੁਹਾਡਾ ਬਿਮਾਰ ਰਿਹਾ, ਵਾਈਫ ਵੀ ਬਿਮਾਰ ਰਹੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਾਨੂੰ ਇਨਸਾਫ ਚਾਹੀਦਾ ਜੀ, ਕਿਉਂਕਿ ਰਿਸ਼ਤੇਦਾਰੀ ਦੇ ਵਿੱਚ ਬੰਦਾ ਭਰੋਸਾ ਕਰ ਲੈਂਦਾ, ਪਰ ਜਿਹੜਾ ਵੀ ਰਿਸ਼ਤਾ ਕਰਨਾ ਸੋਚ ਸਮਝ ਕੇ ਕਰੋ, ਕਿਉਂਕਿ ਜ਼ਿਆਦਾਤਰ ਸੁਣਨ ਦੇ ਵਿੱਚ ਆਇਆ, ਦੇਖਦੇ ਵੀ ਆ ਵੀ ਲੜਕੀ ਵੱਲੋਂ ਜ਼ਿਆਦਾ ਧੋਖਾ ਦਿੱਤਾ ਜਾ ਰਿਹਾ। ਤੇ ਬਹੁਤ ਲੋਕ ਸ਼ਿਕਾਰ ਹੁੰਦੇ ਆ ਜੀ ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ, ਜਿਹੜੇ
ਘਰ-ਬਾਰ ਵੇਚ ਕੇ ਵੀ ਬੱਚਿਆਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਕਾਫੀ ਕੇਸ ਇਹੋ ਜਿਹੇ ਸਾਹਮਣੇ ਆ ਰਹੇ ਕਿ ਬੱਚੇ ਠੱਗੀਆਂ ਦੇ ਸ਼ਿਕਾਰ ਹੁੰਦੇ ਆ। ਹਾਂਜੀ ਬਿਲਕੁਲ। ਹੁਣ ਕਈ ਆ ਸੁਣਨ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਲੜਕੇ ਨੇ ਸੁਸਾਈਡ ਕਰ ਲਿਆ। ਮੈਂ ਤਾਂ ਇਹੋ ਗੱਲ ਕਹੂੰਗਾ ਵੀ ਜਿਹੜਾ ਵੀ ਕੰਮ ਕਰਨਾ ਸੋਚ ਸਮਝ ਕੇ ਕਰੋ। ਮੇਰੇ ਬੇਟੇ ਦੀ ਸ਼ਾਦੀ 19 ਚ ਹੋਈ ਸੀ 12 ਮਈ ਨੂੰ, ਤੇ ਇਹ ਸਾਡੀ ਰਿਸ਼ਤੇਦਾਰੀ ਚੋਂ ਕੁੜੀ ਸੀਗੀ, ਉਹਦੀ ਆਈਲੈਟਸ ਕੀਤੀ ਸੀਗੀ। ਤੇ ਅਸੀਂ ਰਿਸ਼ਤੇਦਾਰਾਂ ਨੇ ਸਾਡੇ ਕੋਲੇ ਗੱਲ ਕੀਤੀ ਵੀ ਇੱਦਾਂ ਸਾਡੀ ਕੁੜੀ ਹੈਗੀ ਆਈਲੈਟਸ ਵਾਲੀ। ਅਸੀਂ ਸੋਚਿਆ ਵੀ ਸਾਡੇ ਦੋਨੇ ਬੱਚੇ ਚੱਲ ਸੈੱਟ ਹੋ ਜਾਣਗੇ, ਤੇ ਅਸੀਂ ਕਿਹਾ ਵੀ ਚੱਲ ਅਸੀਂ ਰਿਸ਼ਤੇ ਦੀ ਗੱਲ ਚਲਾਈ, ਤੇ ਉਹ ਕਹਿੰਦੇ ਵੀ ਚਲੋ ਠੀਕ ਆ। ਤੇ ਵੈਸੇ ਤਾਂ ਉਹ ਮੇਰੇ ਪਹਿਲਾਂ ਕਹਿੰਦੇ ਸੀ ਅਸੀਂ ਵੱਡੇ ਮੁੰਡੇ ਰਿਸ਼ਤਾ ਕਰਨਾ। ਅਸੀਂ ਕਿਹਾ ਵੀ ਮੇਰਾ ਵੱਡਾ ਬੇਟਾ ਕਹਿੰਦਾ ਮੈਂ ਅਜੇ ਵਿਆਹ ਨਹੀਂ ਕਰਾਉਣਾ। ਚਲੋ ਅਸੀਂ ਚੁੱਪ ਕਰ ਗਏ। ਬਾਅਦ ਚ ਫਿਰ ਉਹਨਾਂ ਨੇ ਸਾਡੇ ਰਿਸ਼ਤੇ ਦਾ ਸੁਨੇਹਾ ਭੇਜਿਆ, ਕਹਿੰਦੇ ਵੀ ਚਲੋ ਛੋਟੇ ਦਾ ਰਿਸ਼ਤਾ ਅਸੀਂ ਕਰ ਲਾਂਗੇ। ਚਲੋ ਗੱਲ ਵਿਚੋਲੇ ਵਿੱਚ ਰਿਸ਼ਤੇਦਾਰੀ ਸਾਡੇ ਚਾਚੀ ਜੀ ਦੀ ਭਾਣਜੀ ਆ, ਉਹ ਵਿੱਚ ਪਏ ਤੇ ਸਾਡਾ ਰਿਸ਼ਤਾ ਹੋ ਗਿਆ। ਉਸ ਟਾਈਮ ਉਹਨਾਂ ਦੀ ਭੂਆ ਦਾ ਮੁੰਡਾ ਸੀਗਾ ਲਵਪ੍ਰੀਤ ਆਲੀ ਤੋਂ, ਤੇ ਸਾਰੀ ਜ਼ਿੰਮੇਵਾਰੀ ਉਹਨੇ ਚੱਕੀ ਸੀਗੀ ਵੀ ਜੋ ਲਿਖ ਲਿਖਾ ਕਰਾਉਣਾ ਤੁਸੀਂ ਉਹ ਕਰਾ ਲਓ, ਤੇ ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਆ, ਮੈਂ ਕਰੂੰ। ਵੀ ਉਹਦੇ ਪਿਓ ਨੇ ਵੀ ਕੁੜੀ ਦੇ ਨੇ ਸਾਨੂੰ ਕਹਿਤਾ ਸੀਗਾ ਵੀ ਇਹਨੂੰ ਸਾਰਾ ਪਤਾ, ਸਾਨੂੰ ਕੋਈ ਨਹੀਂ ਪਤਾ। ਚਲੋ ਸਾਰਾ ਕੁਝ ਸਾਡਾ ਗੱਲ ਫਾਈਨਲ ਹੋ ਗਈ। ਬਾਅਦ ਵਿੱਚ ਅਸੀਂ ਫਾਈਲ ਲਾਤੀ, ਕੁੜੀ ਦਾ ਵੀਜ਼ਾ ਆ ਗਿਆ ਜਦੋਂ, ਤੇ ਵੀਜ਼ਾ ਆਇਆ ਤਾਂ ਸਾਨੂੰ ਫੋਨ ਆਇਆ ਵੀ ਕੁੜੀ ਦਾ ਵੀਜ਼ਾ ਆ ਗਿਆ। ਜਦੋਂ ਉਦੋਂ ਬਾਅਦ ਵਿੱਚ ਸਾਨੂੰ ਜਦੋਂ ਅਸੀਂ ਕਿਹਾ ਚਲੋ ਵੀ ਹੁਣ ਵੀਜ਼ਾ ਆ ਗਿਆ ਆਪਾਂ ਸ਼ਗਨ ਪਾ ਲੈਂਦੇ ਆ, ਤੇ ਬਾਅਦ ਵਿੱਚ ਫਿਰ ਲਵਪ੍ਰੀਤ ਕਹਿੰਦਾ ਨਹੀਂ ਗਲਤ ਮੇਲ ਆਈ ਆ ਵੀ ਵੀਜ਼ਾ ਆਇਆ ਨਹੀਂ ਹਜੇ। ਤੇ ਫਿਰ ਸਾਨੂੰ ਕੁੜੀ ਫੋਨ ਕਰਦੀ ਰਹੀ, ਕਹਿੰਦੀ ਵੀ ਲਵਪ੍ਰੀਤ ਝੂਠ ਬੋਲਦਾ ਵੀ ਵੀਜ਼ਾ ਤਾਂ ਆਇਆ ਹੋਇਆ ਵਾ। ਚਲੋ ਸਾਨੂੰ 4-5 ਵਾਰੀ ਉਹਨੇ ਫੋਨ ਕੀਤਾ ਵੀ ਤੁਸੀਂ ਪਤਾ ਕਰੋ ਵੀ ਮੇਰਾ ਵੀਜ਼ਾ ਆਇਆ, ਵੀ ਇਹ ਦੱਸ ਝੂਠ ਕਿਉਂ ਬੋਲਦਾ ਪਿਆ। ਫਿਰ ਅਸੀਂ ਜਾ ਕੇ ਚੰਡੀਗੜ੍ਹੋਂ ਸਾਡਾ ਮੁੰਡਾ ਉੱਥੇ ਜੌਬ ਕਰਦਾ ਪੰਜਾਬ ਕਮਾਂਡੋ ਪੁਲਿਸ ਦੇ ਵਿੱਚ, ਫਿਰ ਉਹਨੂੰ ਅਸੀਂ ਭੇਜਿਆ ਸੀਗਾ ਤੂੰ ਪਤਾ ਕਰ ਵੀਜ਼ੇ ਦਾ। ਅਸੀਂ ਉਹਨੂੰ ਪਾਸਪੋਰਟ ਨੰਬਰ ਦਿੱਤਾ, ਤੇ ਉਹ ਉੱਥੇ ਗਿਆ ਜਦੋਂ, ਤੇ ਉਹਨਾਂ ਨੇ ਉਹਦੀ ਟਰੈਕਿੰਗ ਆਈਡੀ ਮੰਗੀ, ਤੇ ਅਸੀਂ ਪਵਨ ਨੂੰ ਕਿਹਾ ਵੀ ਆਪਣੀ ਟਰੈਕਿੰਗ ਆਈਡੀ ਦੇ ਵੀ ਆਪਾਂ ਪਤਾ ਕਰਨਾ ਵੀਜ਼ੇ ਦਾ। ਤੇ ਉਹਨੇ ਫਿਰ ਲਵਪ੍ਰੀਤ ਨੂੰ ਫੋਨ ਕਰਕੇ ਪੁੱਛਿਆ ਵੀ ਉਹ ਟਰੈਕਿੰਗ ਆਈਡੀ ਮੰਗਦੇ ਆ, ਤੇ ਉਹਨੇ ਲਵਪ੍ਰੀਤ ਨੇ ਕਹਿਤਾ ਵੀ ਤੂੰ ਦੇਣੀ ਨਹੀਂ ਗੀ ਆਪਣੀ ਆਈਡੀ। ਤੇ ਬਾਅਦ ਵਿੱਚ ਫਿਰ ਕਹਿੰਦਾ ਨਹੀਂ ਅੰਕਲ 1-2 ਦਿਨਾਂ ਤੱਕ ਵੀ ਵੀਜ਼ਾ ਆ ਜਾਣਾ ਵਾ। ਫਿਰ ਚੱਲ 3 ਦਿਨ ਬਾਅਦ ਸਾਨੂੰ ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਵੀਜ਼ਾ ਆ ਗਿਆ। ਵੈਸੇ ਵੀਜ਼ਾ ਆਇਆ ਹੋਇਆ ਸੀ, ਉਹਨੇ ਸਾਨੂੰ ਝੂਠ ਬੋਲਿਆ। ਚਲੋ ਉਦੋਂ ਬਾਅਦ 'ਚ ਅਸੀਂ 20 ਅਪ੍ਰੈਲ ਨੂੰ ਅਸੀਂ ਸ਼ਗਨ ਪਾਤਾ 18 'ਚ ਸ਼ਗਨ ਪਾਤਾ। ਤੇ ਚਲੋ ਉਦੋਂ ਬਾਅਦ ਹਫ਼ਤੇ ਕੁ ਬਾਅਦ ਕੁੜੀ ਬਾਹਰ ਚਲੀ ਗਈ 28 ਨੂੰ, ਤੇ ਚਲੀ ਗਈ। ਸਾਡੇ ਨਾਲ ਬਹੁਤ 8-9 ਮਹੀਨੇ ਸਾਡੇ ਨਾਲ ਬਹੁਤ ਵਧੀਆ ਰਹੀ। ਅਸੀਂ ਫੀਸਾਂ ਪਾਉਂਦੇ ਰਹੇ, ਸਾਡੇ ਨਾਲ ਗੱਲ ਵੀ ਬਹੁਤ ਵਧੀਆ ਕਰਦੀ ਸੀ, ਮੁੰਡੇ ਨਾਲ ਵੀ ਕਰਦੀ ਸੀ, ਮੇਰੇ ਨਾਲ ਵੀ, ਆਪਣੇ ਡੈਡੀ ਨਾਲ ਵੀ, ਸਾਰਿਆਂ ਨਾਲ ਸਾਡੇ ਨਾਲ ਵਧੀਆ ਗੱਲ ਕਰਦੀ ਸੀਗੀ। ਤੇ ਬਾਅਦ ਵਿੱਚ ਫਿਰ ਇੱਕ ਫੀਸ ਰਹਿੰਦੀ ਸੀਗੀ, ਤੇ ਅਸੀਂ ਉਹਨੂੰ ਕਿਹਾ ਵੀ ਹੁਣ ਆਪਾਂ ਵਿਆਹ ਕਰ ਲਈਏ। ਚਲੋ ਚੱਲ ਪਹਿਲਾਂ ਤਾਂ ਉਹ ਮੰਨਦੇ ਨਹੀਂ ਸੀ, ਕਹਿੰਦੇ ਅਜੇ ਨਹੀਂ ਅਸੀਂ ਕਰਨਾ ਵਿਆਹ। ਫਿਰ ਅਸੀਂ ਕਿਹਾ ਨਹੀਂ ਵੀ ਕੁੜੀ ਬੁਲਾਓ। ਥੋੜਾ ਸਾਨੂੰ ਪਤਾ ਲੱਗਣ ਲੱਗ ਗਿਆ ਸੀ ਉਹਦੀਆਂ ਗੱਲਾਂ ਤੋਂ, ਥੋੜਾ ਲੱਗ ਗਈ ਸੀ ਕਰਨ ਉਸ ਹਿਸਾਬ ਦੀਆਂ ਗੱਲਾਂ ਮੁੰਡੇ ਨਾਲ। ਫਿਰ ਅਸੀਂ ਉਹਨਾਂ ਨੇ ਕੁੜੀ ਬੁਲਾ ਲਈ, ਤੇ ਬੁਲਾ ਕੇ ਅਸੀਂ ਫਿਰ ਵਿਆਹ ਕਰਤਾ। ਤੇ ਜਦੋਂ ਵਿਆਹ ਕਰਾਉਣ ਆਈ ਆ, ਮਤਲਬ ਕਿ ਉਦੋਂ ਨਾ ਥੋੜ੍ਹੇ ਦਿਨ ਸਹੀ ਰਹੀ ਆ ਮੁੰਡੇ ਨੂੰ, ਮਤਲਬ ਕਿ ਪਤਾ ਨਹੀਂ ਕੀ ਗੱਲ ਸੀਗੀ, ਪਿੱਛੋਂ ਫੋਨ ਆਉਂਦੇ ਸੀ ਜੋ ਵੀ, ਮਤਲਬ ਕਦੇ ਉਹਨੇ ਦਰਵਾਜ਼ੇ ਦੀ ਕੁੰਡੀ ਲਾ ਲੈਂਦੀ ਸੀ, ਕਦੇ ਮਤਲਬ ਕਿ ਕਹਿੰਦੀ ਸੀ ਵੀ ਮੈਂ ਛੇਤੀ ਜਾਣਾ ਬਾਹਰ, ਵੀ ਮੈਨੂੰ ਛੇਤੀ ਕੈਨੇਡਾ ਭੇਜੋ, ਮੇਰਾ ਇੱਥੇ ਦਿਲ ਨਹੀਂ ਲੱਗਦਾ। ਚਲੋ ਅਸੀਂ ਨੱਪ ਕੱਟ ਕੇ ਮਹੀਨਾ ਕੱਢਿਆ ਸੀ। ਉਹਨਾਂ ਦੇ ਘਰਦਿਆਂ ਨੂੰ ਵੀ ਦੱਸਦੇ ਰਹੇ ਵੀ ਇੱਦਾਂ ਕਰਦੀ ਆ। ਤੇ ਚਲੋ ਮਹੀਨੇ ਬਾਅਦ ਉਹ ਚਲੀ ਗਈ। 8 ਮਈ ਨੂੰ ਵਾਪਸ ਚਲੀ ਗਈ ਉਹ, 3 ਜੂਨ ਨੂੰ ਵਾਪਸ ਚਲੀ ਗਈ। ਤੇ ਉਦੋਂ ਬਾਅਦ ਵਿੱਚ ਜਾ ਕੇ ਉਹਨੇ ਵੀ 2 ਕੁ ਦਿਨ ਫੋਨ ਕੀਤਾ। ਬਾਅਦ 'ਚ ਉਹਨੇ ਸਾਡਾ ਫੋਨ ਮਤਲਬ ਕਿ ਚੱਕਣਾ ਬੰਦ ਕਰਤਾ। ਅਸੀਂ ਸਾਰੇ ਫੋਨ ਕਰਦੇ ਰਹੇ, ਮਤਲਬ ਕਿ ਨਹੀਂ ਚੱਕਿਆ। ਮੁੰਡਾ ਇੱਕ ਦਿਨ 'ਚ 50 ਫੋਨ ਲਾਉਂਦਾ ਸੀ, ਕੋਈ ਵੀ ਨਹੀਂ ਫੋਨ ਉਹਨੇ ਚੱਕਿਆ। ਫਿਰ ਅਸੀਂ ਘਰੇ ਗਏ 3 ਵਾਰੀ ਉਹਨਾਂ ਦੇ, ਤੇ ਫਿਰ ਉਹ ਮਤਲਬ ਕਿ ਘਰ ਦੇ ਵੀ ਕਹਿੰਦੇ ਨਹੀਂ ਉਹ ਬਿਜੀ ਹੋਣੀ ਆ, ਉਹ ਕੰਮ 'ਚ ਹੋਣੀ ਆ, ਇੱਦਾਂ ਹੋਣੀ ਆ। ਤੇ ਬਾਅਦ ਵਿੱਚ ਮਤਲਬ ਕਿ ਫਿਰ ਅਸੀਂ ਸਰਪੰਚ ਦੇ ਘਰੇ ਗਏ, 3 ਜਾਣੇ ਅਸੀਂ। ਜੋ ਸਰਪੰਚ ਦੇ ਗਏ ਉੱਥੇ ਅਸੀਂ ਉਹਦੇ ਮਾਂ ਪਿਓ ਬੁਲਾਏ। ਅਸੀਂ ਕਿਹਾ ਵੀ ਕੁੜੀ ਫੋਨ ਨਹੀਂ ਕਰਦੀ ਵੀ, ਤੇ ਨਹੀਂ ਕਰੂਗੀ। ਸਰਪੰਚ ਕਹਿੰਦਾ ਮੈਂ ਗੱਲ ਕਰੂੰਗਾ ਵੀ ਮੈਂ ਕੁੜੀ ਨਾਲ। ਤੇ ਬਾਅਦ ਵਿੱਚ ਫਿਰ ਅਸੀਂ ਸਰਪੰਚ ਤੋਂ ਪਤਾ ਕੀਤਾ, ਸਰਪੰਚ ਕਹਿੰਦਾ ਵੀ ਕੁੜੀ ਮੇਰਾ ਵੀ ਨਹੀਂ ਫੋਨ ਚੱਕਦੀ ਗੀ, ਇਹ ਚੱਕ ਨਹੀਂ ਰਹੀ ਫੋਨ। ਬਾਅਦ ਵਿੱਚ ਫਿਰ ਬਸ ਗੱਲ ਵੱਧਦੀ ਗਈ। ਫਿਰ ਅਸੀਂ ਜੈਤਵਾਲ ਥਾਣੇ ਮਤਲਬ ਦਰਖਾਸਤ ਦਿੱਤੀ। ਫਿਰ ਉਦੋਂ ਬਾਅਦ ਵਿੱਚ ਉੱਥੇ ਉਹ ਪਹਿਲਾਂ ਤਾਂ ਮੰਨਦਾ ਹੀ ਨਹੀਂ ਸੀਗਾ ਵੀ, ਮਤਲਬ ਕਿ ਪੰਚਾਇਤ ਉਹਦੀਆਂ ਮਿੰਨਤਾਂ ਕਰਦੀ ਸੀ
ਵੀ ਅਗਲੇ ਨੇ ਪੈਸੇ ਲਾਏ ਆ ਵੀ ਤੂੰ ਨਹੀਂ, ਧੱਕੇ ਨਾਲ ਪੰਚਾਇਤ ਮਨਾ ਰਹੀ ਸੀ ਉਹਨੂੰ। ਬਾਅਦ ਵਿੱਚ ਫਿਰ ਚਲੋ ਉੱਥੇ ਪੰਚਾਇਤ ਨੇ ਵਿੱਚ ਪਾ ਕੇ ਸਾਡਾ ਮਤਲਬ ਕਿ ਕਰਾਤਾ ਵੀ ਕੁੜੀ ਫੋਨ ਵੀ ਕਰੂਗੀ ਤੇ ਮੁੰਡੇ ਨੂੰ ਬੁਲਾਊਗੀ। ਤੇ ਚੱਲ ਫਿਰ ਅਸੀਂ ਡੀਕਦੇ ਰਹੇ ਹਫਤਾ, ਫਿਰ ਨਹੀਂ ਫੋਨ ਆਇਆ ਕੋਈ ਵੀ ਨਾ ਸਾਡਾ। ਫਿਰ ਮੁੰਡਾ ਕਰਦਾ ਰਿਹਾ, ਨਹੀਂ ਫੋਨ ਚੱਕਿਆ ਮੁੰਡੇ ਦਾ। ਬਾਅਦ ਵਿੱਚ ਫਿਰ ਅਸੀਂ ਡਿਪਟੀ ਸਾਹਿਬ ਦੇ ਇਕੱਠ ਕੀਤਾ ਉੱਥੇ, ਮਤਲਬ ਕਿ ਉੱਥੇ ਵੀ ਪੰਚਾਇਤ ਨੇ ਬਹੁਤ ਉਹਨੂੰ ਕਿਹਾ ਵੀ ਤੂੰ, ਉਹਨਾਂ ਦੀ ਪੰਚਾਇਤ ਹੀ ਸੀ, ਸਾਡੇ ਤੇ ਰਿਸ਼ਤੇਦਾਰੀ ਸੀ, ਸਾਨੂੰ ਆਏ ਸੀ ਵੀ ਸਾਡੀ ਚੱਲ ਇਦਾਂ ਹੀ ਗੱਲ ਲੋਟ ਆ ਜੇ, ਅਸੀਂ ਜ਼ਿਆਦਾ ਨਹੀਂ ਲੈ ਕੇ ਗਏ ਬੰਦੇ ਵੀ ਚੱਲ ਸਾਡੀ ਇਦਾਂ ਹੀ ਗੱਲ ਸੈੱਟ ਆ ਜੇ, ਪਰ ਨਹੀਂ, ਉਹ ਕਿਸੇ ਲਾਈਨ ਤੇ ਨਹੀਂ ਆਏ। ਟੋਟਲ ਕਿੰਨਾ ਖਰਚਾ ਆ ਗਿਆ ਤੁਹਾਡਾ ਵਿਆਹ ਦੇ ਉੱਤੇ? ਟੋਟਲ ਸਾਡਾ ਖਰਚਾ ਵਿਆਹ ਸਮੇਤ ਦਾ 28 ਤੋਂ 30 ਲੱਖ ਦੇ ਕਰੀਬ ਆ ਗਿਆ। ਜਿਹੜੇ ਤੁਸੀਂ ਪੈਸੇ ਪਾਏ ਸੀਗੇ ਇਹ ਸ਼ਗਨ ਤੋਂ ਬਾਅਦ ਜਦੋਂ ਬਾਹਰ ਭੇਜਿਆ ਸੀਗਾ ਉਹਨੂੰ, ਹਾਂਜੀ ਜਦੋਂ ਤੁਹਾਡੀ ਇੰਗੇਜਮੈਂਟ ਹੋਈ ਸੀ ਇਹਦੀ ਬੇਟੇ ਦੀ, ਹਾਂਜੀ ਉਸ ਤੋਂ ਬਾਅਦ ਪਾਏ ਸੀਗੇ? ਹਾਂਜੀ, ਉਹ ਤੋਂ ਬਾਅਦ ਫੀਸਾਂ ਅਸੀਂ ਪਾਈਆਂ। ਇੱਕ ਫੀਸ ਰਹਿੰਦੀ ਸੀ ਜਦੋਂ ਵਿਆਹ ਹੋਇਆ, ਉਦੋਂ ਇੱਕ ਰਹਿੰਦੀ ਸੀਗੀ। ਜਦੋਂ ਵਿਆਹ ਕਰਾਉਣ ਆਈ ਉਦੋਂ ਲਾਸਟ ਫੀਸ ਅਸੀਂ ਪਾਈ ਆ। ਲਾਸਟ ਫੀਸ ਹੀ ਸੀਗੀ ਉਦੋਂ ਜਦੋਂ ਵਿਆਹ ਕਰਾਉਣ ਤੁਹਾਡੇ ਕੋਲ ਵਿਆਹ ਤੋਂ ਬਾਅਦ ਕਿੰਨੀ ਦੇਰ ਰਹੀ ਹੈ ਜੀ? 1 ਮਹੀਨਾ ਰਹੀ ਆ ਸਾਡੇ ਕੋਲ। ਠੀਕ ਸੀਗੀ? ਹਾਂਜੀ, ਵਧੀਆ ਸੀਗੀ, ਮਤਲਬ ਕਿ ਵੀ ਜ਼ਿਆਦਾ ਵਧੀਆ ਵੀ ਨਹੀਂ ਸੀਗੀ, ਜ਼ਿਆਦਾ ਸਹੀ ਵੀ ਨਹੀਂ ਸੀਗੀ। ਹਾਂਜੀ, ਇਹਦੀ ਆਈਲੈਟਸ ਤੁਸੀਂ ਕਰਵਾਈ ਸੀ ਜਾਂ ਪਹਿਲਾਂ ਆਈਲੈਟਸ ਉਹਨਾਂ ਦੀ ਕਰਵਾਈ ਹੋਈ ਸੀ। ਪਹਿਲਾਂ ਕਰਵਾਈ ਹੋਈ ਸੀ? ਹਾਂਜੀ ਹਾਂਜੀ ਤੇ ਜਦੋਂ ਲੜਕੀ ਕੈਨੇਡਾ ਗਈ ਹੈਗੀ ਹੈ, ਉੱਥੇ ਪਹਿਲਾਂ ਕੋਈ ਰਹਿੰਦਾ ਸੀ ਜਾਂ ਤੁਸੀਂ ਭੇਜਿਆ ਸੀ ਉਹਨੂੰ? ਅਸੀਂ ਭੇਜਿਆ ਸੀ, ਅਸੀਂ ਪੈਸੇ ਲਾ ਕੇ ਭੇਜਿਆ ਸੀ। ਉੱਥੇ ਕੋਈ ਸੀਗਾ ਲੜਕੀ ਦਾ ਗਾ ਪਹਿਲਾਂ ਕੋਈ ਜਾਣ ਪਛਾਣ ਤੋਂ ਕੋਈ? ਅਸੀਂ ਨਾ, ਸਾਡੇ ਮਤਲਬ ਕਿ ਸਾਡੇ ਹੈਗੇ ਇੱਥੋਂ, ਮਤਲਬ ਕਿ ਉਹਨਾਂ ਨਾਲ ਸਾਡਾ ਬਹੁਤ ਹੈਗਾ। ਉਹਦੇ ਕੁੜੀ ਕੋਲੇ ਅਸੀਂ ਭੇਜਿਆ ਸੀ ਉਹਨੂੰ, ਉਹਦੇ ਰੂਮ 'ਚ ਉਹ ਕੁੜੀ ਨੇ ਮਤਲਬ ਕਿ ਉਹਨੂੰ ਲੈ ਕੇ ਗਈ, ਉਹਦੇ ਰੂਮ 'ਚ ਗਈ ਉਹ। ਪੜ੍ਹਾਈ ਬੇਸ ਤੇ ਗਈ ਸੀ? ਹਾਂਜੀ, ਸਟੱਡੀ ਬੇਸ ਤੇ ਗਈ ਸੀਗੀ। ਤੇ ਉਹ ਕੁੜੀ ਨਾਲ ਵੀ ਨਹੀਂ ਉਹਦੀ ਬਣੀਗੀ। ਹੁਣ ਤੁਹਾਡੀ ਕੀ ਮੰਗ ਹੈ ਜੀ? ਹੁਣ ਸਾਡੀ ਇਹ ਮੰਗ ਆ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਬੜੇ ਚਾਵਾਂ ਨਾਲ ਤੁਸੀਂ ਬੱਚੇ ਦਾ ਵਿਆਹ ਹਾਂਜੀ, ਬਹੁਤ ਚਾਵਾਂ ਨਾਲ ਕੀਤਾ ਸੀ, ਬਹੁਤ ਚਾਵਾਂ ਨਾਲ ਪਾਲੇ ਸੀ। ਸਾਨੂੰ ਤਾਂ ਬਸ ਇਹੀ ਆ ਵੀ ਸਾਡੇ ਬੱਚੇ ਦੀ ਜ਼ਿਆਦਾ ਸਾਨੂੰ ਦੁੱਖ ਇਹ ਆ, ਸਾਡੇ ਬੱਚੇ ਦੀ ਜ਼ਿੰਦਗੀ ਖਰਾਬ ਕੀਤੀ ਆ। ਤੇ ਲੱਗਿਆ ਸੀਗਾ ਕਿ ਰਿਸ਼ਤੇਦਾਰੀ ਦੇ ਵਿੱਚ ਹੀ ਕੁੜੀ ਏਦਾਂ ਦਾ ਕੁਝ ਕਰੇਗੀ? ਹਾਂਜੀ, ਤਾਂ ਹੀ ਤਾਂ ਅਸੀਂ ਭਰੋਸਾ ਕਰਕੇ ਕੀਤਾ ਸੀ ਵੀ ਚੱਲ ਰਿਸ਼ਤੇਦਾਰੀ 'ਚ ਕੁੜੀ ਆ, ਵੀ ਚਲੋ ਇਹੋ ਜਿਹੀ ਗੱਲ ਨਹੀਂ ਹੁੰਦੀ। ਵੈਸੇ ਤਾਂ ਸੁਣਦੇ ਹੀ ਰਹਿੰਦੇ ਸੀਗੇ, ਤੇ ਅਸੀਂ ਤਾਂ ਕੀਤਾ ਸੀ ਚੱਲ ਰਿਸ਼ਤੇਦਾਰੀ 'ਚ ਕੁੜੀ ਆ। ਤੋ ਇਸ ਮਾਮਲੇ ਵਿੱਚ ਲੜਕੀ ਦੇ ਖਿਲਾਫ ਪੁਲਿਸ ਦੇ ਵਿੱਚ ਰਿਪੋਰਟ ਵੀ ਕਰਵਾਈ ਗਈ ਆ। ਹਾਲਾਂਕਿ ਠੱਗੀ ਦਾ ਸ਼ਿਕਾਰ ਹੋਇਆ ਪਰਿਵਾਰ ਦਾ ਜੋ ਸਬੰਧ ਹੈ ਉਹ ਆਪ ਵੀ ਪੰਜਾਬ ਪੁਲਿਸ ਦੇ ਨਾਲ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਉਹ ਵੀ ਠੱਗੇ ਗਏ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਮਾਮਲੇ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਅਕਸਰ ਹੀ ਮਾਲਵੇ ਦੇ ਇਲਾਕੇ ਦੇ ਵਿੱਚ, ਜਿੱਥੇ ਬਾਹਰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ। ਖਾਸ ਤੌਰ ਤੇ ਗੱਲ ਜੇ ਮੋਗੇ ਜ਼ਿਲ੍ਹੇ ਦੀ ਕਰ ਲਈ ਜਾਵੇ ਤੇ ਮੋਗੇ ਦੇ ਵਿੱਚ ਕਾਫੀ ਸਾਰੇ ਕੇਸ ਅਜਿਹੇ ਸਾਹਮਣੇ ਆਏ ਨੇ। ਉਹਨਾਂ ਵਿੱਚੋਂ ਇਹ ਵੀ ਇੱਕ ਅਜਿਹਾ ਕੇਸ ਹੈ ਜਿਸ ਦੇ ਵਿੱਚ ਵਿਆਹ ਕਰਾਉਣ ਤੋਂ ਬਾਅਦ ਵੀ ਸਹੁਰੇ ਪਰਿਵਾਰ ਦਾ ਪੈਸਾ ਲਵਾ ਕੇ ਲੜਕੀ ਬਾਹਰ ਤਾਂ ਚਲੀ ਗਈ, ਪਰ ਉਹਨੇ ਜਿਸ ਦੇ ਨਾਲ ਉਸਦੇ ਲਾਵਾਂ ਫੇਰੇ ਹੋਏ ਸਨ ਉਸ ਦੇ ਨਾਲ ਉਹਨੇ ਜ਼ਿੰਦਗੀ ਬਿਤਾਉਣ ਤੋਂ ਇਨਕਾਰ ਕਰ ਦਿੱਤਾ। ਤਾਂ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਅਜਿਹੇ ਆਏ ਨੇ ਜਦੋਂ ਲੜਕੀਆਂ ਉਧਰ ਜਾ ਕੇ ਸਾਥ ਛੱਡ ਦਿੰਦੀਆਂ ਨੇ ਤੇ ਤਲਾਕ ਤੱਕ ਨੌਬਤ ਆ ਜਾਂਦੀ ਆ, ਤੇ ਪਿੱਛੇ ਰਹਿ ਜਾਂਦੇ ਪਰਿਵਾਰ ਅਕਸਰ ਠੱਗਿਆ ਹੋਇਆ ਤਾਂ ਮਹਿਸੂਸ ਕਰਦੇ ਹੀ ਆ, ਪਰ ਉਹਨਾਂ ਨੂੰ ਯਕੀਨ ਨਹੀਂ ਆਉਂਦੇ ਕਿ ਜਿਸ ਟੱਬਰ ਦੇ ਉੱਤੇ ਯਕੀਨ ਕਰਕੇ ਉਹਨਾਂ ਨੇ ਰਿਸ਼ਤਾ ਜੋੜਿਆ ਸੀ, ਆਖਰ ਉਹ ਰਿਸ਼ਤਿਆਂ ਦੇ ਵਿੱਚ ਇੰਨੇ ਕੱਚੇ ਰਿਸ਼ਤੇ ਕਿਵੇਂ ਬਣ ਗਏ, ਕਿ ਕਿਸ ਤਰੀਕੇ ਇਹੋ ਜਿਹੇ ਲੋਕ ਠੱਗੀਆਂ ਮਾਰਦੇ ਨੇ। ਸੋ ਬਹੁਤ ਸਾਰੇ ਮਾਮਲੇ ਅਗਰ ਪੰਜਾਬ ਦੇ ਵਿੱਚ ਪੱਟੇ ਜਾਣ ਤਾਂ ਅਜਿਹਾ ਕੋਈ ਇੱਕ ਨਹੀਂ, ਹਜ਼ਾਰਾਂ ਮਾਮਲੇ ਸਾਹਮਣੇ ਆ ਜਾਣਗੇ, ਪਰ ਜੋ ਸਾਹਮਣੇ ਆ ਗਿਆ ਉਸਨੇ ਆਪਣੀ ਦਾਸਤਾਨ ਦੱਸ ਦਿੱਤੀ। ਸੋ ਇਸ ਤਰੀਕੇ ਪਰਿਵਾਰ ਵੀ ਠੱਗੀ ਦਾ ਸ਼ਿਕਾਰ ਹੋਇਆ। ਲੋੜ ਹੈ ਪੰਜਾਬੀਓ ਬਚਣ ਦੀ ਇਸ ਮਾਮਲੇ ਦੇ ਵਿੱਚ। ਔਨ ਏਅਰ ਦੇ ਜ਼ਰੀਏ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਕਿ ਇਸ ਤਰੀਕੇ ਦੀਆਂ ਜਿਹੜੀਆਂ ਠੱਗੀਆਂ ਆ ਉਹਨਾਂ ਤੋਂ ਬਚੋ, ਤੇ ਆਪਣੇ ਬੱਚਿਆਂ ਨੂੰ ਜੇ ਕੋਸ਼ਿਸ਼ ਕਰੋ ਕਿ ਜੇ ਨੌਕਰੀ ਜਾਂ ਫਿਰ ਇੱਥੇ ਹੀ ਕੋਈ ਰੁਜ਼ਗਾਰ ਉਹਨਾਂ ਨੂੰ ਖੋਲ੍ਹ ਕੇ ਦੇ ਦਿਓ ਤਾਂ ਸ਼ਾਇਦ ਜ਼ਿਆਦਾ ਵਧੀਆ ਹੋ ਸਕਦਾ ਇਸ ਤਰ੍ਹਾਂ ਦੇ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ।